ਕੈਨੇਡਾ ਦੀ ਚੀਫ ਮੈਡੀਕਲ ਆਫਿਸਰ ਡਾਕਟਰ ਥੈਰੇਸਾ ਟੈਮ ਨੇ ਅੱਜ ਫੇਸ ਮਾਸਕ ਦੇ ਉੱਤੇ ਆਪਣਾ ਬਿਆਨ ਜਾਰੀ ਕੀਤਾ, ਜਿਨ੍ਹਾਂ ਨੇ ਕਿਹਾ ਕਿ ਜਿੱਥੇ ਵੀ 2 ਮੀਟਰ ਦੀ ਦੂਰੀ ਨਾ ਬਣਾਈ ਜਾ ਸਕਦੀ ਹੋਵੇ ਉੱਥੇ ਫੇਸ ਮਾਸਕ ਜ਼ਰੂਰ ਪਾਇਆ ਜਾਵੇ। ਇਸ ਸੰਬੰਧੀ ਸਾਰੇ ਹੀ ਕੈਨੇਡੀਅਨਸ ਦੇ ਵਾਸਤੇ ਜਾਣਕਾਰੀ ਜਾਰੀ ਕੀਤੀ ਗਈ ਹੈ, ਜਿਸ ਲਈ ਜਿੰਨੇ ਜ਼ਿਆਦਾ ਵਿਅਕਤੀ ਹੋ ਸਕਦੇ ਨੇ ਇੱਕ ਦੂਜੇ ਨੂੰ ਜਾਣਕਾਰੀ ਦੇ ਸਕਦੇ ਨੇ ਕਿ ਜੇਕਰ ਉਹ ਪਬਲਿਕ ਥਾਂ ਦੇ ਉੱਤੇ ਜਾਂਦੇ ਨੇ ਤਾਂ ਮਾਸਕ ਪਾ ਕੇ ਜ਼ਰੂਰ ਜਾਣ। ਇਸ ਦੇ ਨਾਲ ਹੀ ਲਾਜ਼ਮੀ ਤੌਰ ਦੇ ਉੱਤੇ ਉਹਨਾਂ ਵਾਸਤੇ ਤਾਂ ਮਾਸਕ ਪਾਉਣਾ ਬੇहद ਜ਼ਰੂਰੀ ਹੈ ਜਿਨ੍ਹਾਂ ਨੂੰ ਕੋਈ ਵੀ ਲੱਛਣ ਦਿਖਾਈ ਦਿੰਦਾ ਹੋਵੇ ਕੋਵਿਡ-19 ਦਾ, ਯਾਨੀ ਕਿ ਜੇਕਰ ਕਿਸੇ ਨੂੰ ਜ਼ੁਕਾਮ ਵੀ ਹੈ ਜਾਂ ਫਿਰ ਖੰਘ ਵੀ ਹੈ ਜਾਂ ਬੁਖਾਰ ਵੀ ਮਹਿਸੂਸ ਹੋ ਰਿਹਾ ਹੈ, ਗਲਾ ਖਰਾਬ ਜਾਂ ਖੰਘ ਜਾਂ ਜ਼ੁਕਾਮ ਨਹੀਂ ਹੈ, ਫਿਰ ਵੀ ਉਹ ਮਾਸਕ ਪਾ ਕੇ ਹੀ ਪਬਲਿਕ ਥਾਂ ਦੇ ਉੱਤੇ ਜਾਣ, ਕਿਉਂਕਿ ਇਸ ਨਾਲ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਵੀ ਵਿਅਕਤੀ ਫਿਰ ਹਵਾ ਦੇ ਵਿੱਚ ਸਾਹ ਲੈਂਦੇ ਨੇ ਉਹਨਾਂ ਦੇ ਜਿਹੜੇ ਕੀਟਾਣੂ ਨੇ ਉਹ ਹਵਾ ਵਿੱਚ ਘੱਟ ਆ ਪਾਉਂਦੇ ਨੇ, ਮਾਸਕ ਦੇ ਨਾਲ ਰੁਕ ਜਾਂਦੇ ਨੇ, ਜਿਸ ਦੇ ਨਾਲ ਦੂਜੇ ਵਿਅਕਤੀਆਂ ਦੀ ਸੁਰੱਖਿਆ ਬਣੀ ਰਹਿੰਦੀ ਹੈ। ਜਿਸ ਕਰਕੇ ਪਹਿਲਾਂ ਤੋਂ ਹੀ ਮਾਹਿਰਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਮਾਸਕ ਪਾਉਣ ਨਾਲ ਆਪਣੀ ਸੁਰੱਖਿਆ ਦੇ ਨਾਲੋਂ ਦੂਜਿਆਂ ਦੀ ਸੁਰੱਖਿਆ ਬਣਾਏ ਰੱਖਣ ਦੇ ਵਾਸਤੇ ਇਹ ਮਦਦਗਾਰ ਸਾਬਤ ਹੁੰਦੇ ਨੇ। ਜਿਸ ਸੰਬੰਧੀ ਓਨਟਾਰੀਓ ਸਰਕਾਰ ਨੇ ਤਾਂ ਅੱਜ ਖਾਸ ਤੌਰ 'ਤੇ ਐਲਾਨ ਕਰ ਦਿੱਤਾ ਹੈ ਕਿ ਜਿੰਨੇ ਵੀ ਵਿਅਕਤੀ ਟਰਾਂਸਪੋਰਟ ਦੀ ਵਰਤੋਂ ਕਰਨਗੇ, ਪਬਲਿਕ ਟਰਾਂਸਪੋਰਟ ਦੀ, ਟਰਾਂਜ਼ਿਟ ਦੇ ਵਿੱਚ ਬੱਸਾਂ 'ਚ ਜਾਂ ਸਕਾਈ ਟ੍ਰੇਨ ਦੇ ਵਿੱਚ ਜਾਂ ਸਬਵੇ ਦੇ ਵਿੱਚ ਜਿੱਥੇ ਵੀ ਜਿਹੜੇ ਵਿਅਕਤੀ ਜਾਣਗੇ, ਓਨਟਾਰੀਓ ਸਰਕਾਰ ਦੇ ਵੱਲੋਂ ਖਾਸ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਮਾਸਕ ਪਾ ਕੇ ਹੀ ਸਾਰੇ ਯਾਤਰੀ ਉੱਥੇ ਜਾਣਗੇ ਅਤੇ ਇਸ ਨੂੰ ਲਾਜ਼ਮੀ ਕਰ ਦਿੱਤਾ ਗਿਆ। ਓਨਟਾਰੀਓ ਸਰਕਾਰ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ। ਜਦੋਂ ਅੱਜ ਸਵੇਰੇ ਇਹ ਐਲਾਨ ਹੋਇਆ ਤਾਂ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਭਾਸ਼ਣ ਦੇ ਵਿੱਚ ਜੋ ਸਵੇਰੇ ਉਹਨਾਂ ਦੇ ਵੱਲੋਂ ਦਿੱਤਾ ਜਾਂਦਾ ਉਸ ਦੇ ਵਿੱਚ ਵੀ ਇਸ ਦਾ ਜ਼ਿਕਰ ਕਰ ਚੁੱਕੇ ਸਨ। ਉਹਨਾਂ ਨੇ ਆਪ ਇਸ ਦਾ ਜ਼ਿਕਰ ਤਾਂ ਨਹੀਂ ਕੀਤਾ ਸੀ। ਇੱਕ ਰਿਪੋਰਟਰ ਨੇ ਜਦੋਂ ਉਹਨਾਂ ਨੂੰ ਮਾਸਕ ਦੇ ਬਾਰੇ ਸਵਾਲ ਪੁੱਛਿਆ ਸੀ ਤਾਂ ਇਹ ਜਾਣਕਾਰੀ ਜ਼ਰੂਰ ਦਿੱਤੀ ਸੀ ਕਿ ਡਾਕਟਰ ਥੈਰੇਸਾ ਟੈਮ ਇਸ ਦੇ ਉੱਤੇ ਅੱਗੇ ਅੱਜ ਜਾਣਕਾਰੀ ਵੀ ਦੇਣਗੇ। ਤਾਂ ਉਹਨਾਂ ਨੇ ਕਿਹਾ ਸੀ ਕਿ ਮਾਸਕ ਪਾਉਣੇ ਚਾਹੀਦੇ ਨੇ ਅਤੇ ਇਸ ਸੰਬੰਧੀ ਵੱਖੋ ਵੱਖਰੀਆਂ ਪਾਰਟੀਆਂ ਦੇ ਲੀਡਰ, ਵੱਖੋ ਵੱਖਰੇ MP ਵੀ ਆਪਣੇ ਮਨ ਮੁਤਾਬਕ ਮਾਸਕ ਪਾਉਣ ਨੂੰ ਚੁਣ ਰਹੇ ਨੇ, ਤਾਂ ਕਿ ਜੇਕਰ ਉਹ ਮਾਸਕ ਪਾਉਣਗੇ ਤਾਂ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਜਦੋਂ ਬਾਹਰ ਨਿਕਲਣ ਤਾਂ ਮਾਸਕ ਪਾ ਕੇ ਜਾਣ। ਇਸ ਮੌਕੇ ਇੱਥੇ ਜ਼ਿਕਰਯੋਗ ਹੈ ਕਿ ਜਦੋਂ ਕੈਨੇਡੀਅਨ ਏਅਰਫੋਰਸ ਦਾ ਗ੍ਰੀਸ ਦੇ ਨੇੜੇ ਜਹਾਜ਼ ਕ੍ਰੈਸ਼ ਹੋਇਆ ਸੀ ਤਾਂ ਉਹਨਾਂ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ, ਤਾਂ ਉਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਨਾਲ ਹੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੇ ਹੋਰ ਜਿੰਨੇ ਵੀ ਅਧਿਕਾਰੀ ਮੌਜੂਦ ਸਨ, ਸਭ ਨੇ ਮਾਸਕ ਪਾਏ ਹੋਏ ਸਨ। ਤੇ ਇਸ ਦੌਰਾਨ ਇੱਥੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਜਦੋਂ ਇੱਕ ਥਾਂ ਦੇ ਉੱਤੇ ਜ਼ਿਆਦਾ ਵਿਅਕਤੀ ਇਕੱਠੇ ਹੋਏ ਤਾਂ ਉਸ ਥਾਂ ਦੇ ਉੱਤੇ ਮਾਸਕ ਪਾਏ ਗਏ। ਜਿਵੇਂ ਕਿ ਹੁਣ ਬਿਆਨ ਜਾਰੀ ਕੀਤਾ ਗਿਆ ਕਿ ਕਿਤੇ ਵੀ ਪਬਲਿਕ ਥਾਂ ਦੇ ਉੱਤੇ ਤੁਸੀਂ ਜਾਂਦੇ ਹੋ ਜਿੱਥੇ ਜ਼ਿਆਦਾ ਵਿਅਕਤੀ ਇਕੱਠੇ ਹੁੰਦੇ ਨੇ, ਚਾਹੇ ਉਹ ਫਿਰ ਗਰੋਸਰੀ ਸਟੋਰਸ ਹੀ ਕਿਉਂ ਨਾ ਹੋਣ, ਉੱਥੇ ਵੀ ਵਿਅਕਤੀ ਇੱਕ ਦੂਜੇ ਦੇ ਨੇੜੇ ਆ ਜਾਂਦੇ ਨੇ, ਤਾਂ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਉਹ ਮਾਸਕ ਪਾ ਕੇ ਹੀ ਉੱਥੇ ਜਾਣ। ਤੇ ਦੇਸ਼ ਭਰ ਦੇ ਵਿੱਚ ਕਿਹਾ ਗਿਆ ਹੈ, ਪਰ ਟਰਾਂਜ਼ਿਟ ਦੇ ਵਾਸਤੇ ਫਿਲਹਾਲ ਓਨਟਾਰੀਓ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਿਹੜੇ ਵੀ ਵਿਅਕਤੀ ਯਾਤਰੀ ਹੋਣਗੇ, ਬੱਸਾਂ ਦੇ ਵਿੱਚ ਜਾਣਗੇ, ਸਬਵੇ 'ਚ ਜਾਣਗੇ, ਉਹ ਮਾਸਕ ਪਾ ਕੇ ਹੀ ਆਉਣ। ਤੇ ਇਸ ਦੇ ਵਾਸਤੇ ਵੱਖੋ ਵੱਖਰੇ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਵੀ ਬਿਆਨ ਜਾਰੀ ਕੀਤੇ ਗਏ ਨੇ। ਤੇ NDP ਲੀਡਰ ਜਗਮੀਤ ਸਿੰਘ ਨੇ ਵੀ ਇਸ ਦੇ ਉੱਤੇ ਖਾਸ ਤੌਰ ਦੇ ਉੱਤੇ ਕਿਹਾ ਕਿ ਜਦੋਂ ਉਹ ਬਾਹਰ ਜਾਣਗੇ ਉਹ ਮਾਸਕ ਪਾ ਕੇ ਹੀ ਜਾਣਗੇ, ਕਿਉਂਕਿ ਜਦੋਂ ਕੋਵਿਡ-19 ਨਾਲ ਸੰਬੰਧਿਤ ਮਾਮਲੇ ਆਉਣੇ ਸ਼ੁਰੂ ਹੋਏ ਸਨ ਕੈਨੇਡਾ ਤੋਂ ਜ਼ਿਆਦਾ ਗਿਣਤੀ 'ਚ, ਉਸ ਸਮੇਂ ਜਗਮੀਤ ਸਿੰਘ ਵੀ ਬਿਮਾਰ ਹੋ ਗਏ ਸੀ, ਜਿਨ੍ਹਾਂ ਨੇ ਖੁਦ ਟਵੀਟ ਕਰਕੇ ਜਾਣਕਾਰੀ ਵੀ ਦਿੱਤੀ ਸੀ, ਜਿਨ੍ਹਾਂ ਨੇ ਕਿਹਾ ਕਿ ਉਦੋਂ ਤੋਂ ਹੁਣ ਤੱਕ ਉਹ ਲਗਾਤਾਰ ਸਿਹਤ ਅਧਿਕਾਰੀਆਂ ਦੇ ਜੋ ਉਹਨਾਂ ਦੇ ਡਾਕਟਰ ਨੇ ਉਹਨਾਂ ਦੇ ਸੰਪਰਕ ਵਿੱਚ ਬਣੇ ਹੋਏ ਨੇ, ਅਤੇ ਜੋ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਮਾਸਕ ਪਾ ਕੇ ਜਾਣਾ ਹੈ ਜਾਂ ਪਬਲਿਕ ਥਾਂ ਦੇ ਉੱਤੇ ਨਹੀਂ ਜਾਣਾ, ਉਸੇ ਤਰ੍ਹਾਂ ਕਰਦੇ ਨੇ। ਅਤੇ ਇਸ ਦੌਰਾਨ ਵੀ ਜਗਮੀਤ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਮਾਸਕ ਪਾ ਕੇ ਹੀ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਜਾਣਾ ਪੈਂਦਾ ਹੈ ਉੱਥੇ ਜਾਣਗੇ। ਅਤੇ ਨਾਲ ਹੀ ਕੰਜ਼ਰਵੇਟਿਵ ਲੀਡਰ ਐਂਡਰੂ ਸ਼ੀਅਰ ਤੋਂ ਵੀ ਇਹ ਸਵਾਲ ਰਿਪੋਰਟਰਸ ਨੇ ਪੁੱਛਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਵੀ ਬਾਹਰ ਮਾਸਕ ਪਾ ਕੇ ਹੀ ਜਾਣਗੇ। ਇਸ ਨਾਲ ਆਪਣੇ ਨਾਲੋਂ ਜ਼ਿਆਦਾ ਦੂਜਿਆਂ ਦੀ ਸੁਰੱਖਿਆ ਬਣੀ ਰਹਿੰਦੀ ਹੈ। I know public health authorities are continually looking at the research and looking at the best way for Canadians to protect themselves. I believe they will have further recommendations on masks in the coming hours. The reality is the best thing for people to do is to remain socially distanced, to keep 2 meters apart, to stay at home wherever possible, to wash your hands regularly and frequently. But in situations where you cannot physically distance to 2 meters, people are encouraged to wear masks, and I will allow public health authorities to make that announcement a little later today.
ਇਹ ਵੀ ਹੈ ਹੁਣ ਕਿ ਵੱਡੀ ਗਿਣਤੀ ਦੇ ਵਿੱਚ ਮਾਸਕ ਦੀ ਵਿਕਰੀ ਵੀ ਹੋ ਰਹੀ ਹੈ ਤੇ ਲੋਕ ਆਪਣੇ ਮਾਸਕ ਬਣਵਾ ਵੀ ਰਹੇ ਨੇ। ਤੇ ਫਿਰ ਜਦੋਂ ਤੁਸੀਂ ਮਾਸਕ ਬਣਵਾਉਂਦੇ ਹੋ ਤਾਂ ਇਸ ਸੰਬੰਧੀ ਵੀ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਕਿਤੇ ਵੀ ਮਾਸਕ ਅਜਿਹੇ ਤਰੀਕੇ ਨਾਲ ਨਾ ਖਰੀਦੇ ਜਾਣ ਜਿਨ੍ਹਾਂ ਉੱਤੇ ਕੋਈ ਟੈਗ ਨਾ ਲੱਗਿਆ ਹੋਵੇ। ਹਰ ਮਾਸਕ ਦੇ ਉੱਤੇ ਟੈਗ ਲੱਗਿਆ ਹੋਇਆ ਹੋਣਾ ਜ਼ਰੂਰੀ ਹੈ ਜਿੱਥੋਂ ਵੀ ਖਰੀਦੇ ਜਾਂਦੇ ਨੇ ਤੇ ਜਿਹੜੇ ਵੇਚਦੇ ਵੀ ਨੇ। ਕੈਨੇਡਾ ਭਰ ਵਿੱਚ ਕੋਵਿਡ-19 ਨਾਲ ਸੰਬੰਧਿਤ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਹੁਣ ਇੱਕਦਮ ਲੋੜ ਪਈ ਤੇ ਕਈ ਲੋਕਾਂ ਦੇ ਵੱਲੋਂ ਇਸ ਸੰਬੰਧੀ ਆਪਣੇ ਵਪਾਰ ਸ਼ੁਰੂ ਕਰ ਲਏ ਗਏ। ਉਦਾਹਰਨ ਵਜੋਂ ਜੇਕਰ ਮਾਸਕ ਲੈ ਲਈਏ ਤਾਂ ਨਾਨ ਮੈਡੀਕਲ ਮਾਸਕਸ ਵਾਸਤੇ ਕੈਨੇਡਾ ਦੇ ਕੰਪੀਟੀਸ਼ਨ ਬਿਊਰੋ ਦੇ ਵੱਲੋਂ ਖਾਸ ਤੌਰ 'ਤੇ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਜਿਹੜੇ ਵੀ ਲੋਕ ਇਸ ਨੂੰ ਬਣਾ ਰਹੇ ਨੇ ਤੇ ਵੇਚ ਰਹੇ ਨੇ ਉਹਨਾਂ ਦੇ ਲਈ ਟੈਕਸਟਾਈਲ ਲੇਬਲਿੰਗ ਹੋਣੀ ਬਹੁਤ ਜ਼ਰੂਰੀ ਹੈ। ਟੈਕਸਟਾਈਲ ਲੇਬਲਿੰਗ ਐਕਟ ਦੇ ਤਹਿਤ ਜੇਕਰ ਉਹ ਮਾਸਕ ਨਹੀਂ ਵੇਚੇ ਜਾਂਦੇ ਤਾਂ $5000 ਤੱਕ ਦਾ ਫਾਈਨ ਵਿਅਕਤੀਆਂ ਨੂੰ ਲੱਗ ਸਕਦਾ ਹੈ। ਦਰਅਸਲ ਇਹ ਅਜਿਹਾ ਹੁੰਦਾ ਹੈ ਕਿ ਜਿਹੜਾ ਵੀ ਮਾਸਕ ਵੇਚਿਆ ਜਾਣਾ ਹੈ ਉਸ ਦੇ ਉੱਤੇ ਇੱਕ ਅਜਿਹਾ ਲੇਬਲ ਲਗਾਇਆ ਜਾਵੇ ਜਿਸ ਦੇ ਉੱਤੇ ਲਿਖਿਆ ਹੋਇਆ ਹੋਵੇ ਕਿ ਆਖਿਰ ਕਿਹੜੀ ਚੀਜ਼ ਤੋਂ ਇਹ ਮਾਸਕ ਬਣਾਇਆ ਗਿਆ ਹੈ ਤੇ ਕਿਸ ਦੇ ਵੱਲੋਂ ਬਣਾਇਆ ਗਿਆ ਹੈ, ਜਿਸ ਨੂੰ ਕਿ ਸਟicker ਵਜੋਂ ਵੀ ਲਗਾਇਆ ਜਾ ਸਕਦਾ ਹੈ, ਟੈਗ ਵਜੋਂ ਵੀ ਨਾਲ ਟੰਗਿਆ ਜਾ ਸਕਦਾ ਹੈ ਜਾਂ ਫਿਰ ਉਸੇ ਦੇ ਅੰਦਰ ਮਾਸਕ ਨੂੰ ਲਪੇਟਿਆ ਹੋਇਆ ਵੀ ਹੋ ਸਕਦਾ ਹੈ। ਇਸ ਸੰਬੰਧੀ ਖਾਸ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਾ ਹੀ ਉਹ ਅਜਿਹੇ ਮਾਸਕ ਜਾਂ ਚੀਜ਼ਾਂ ਵੇਚਣ ਤੇ ਨਾ ਹੀ ਖਰੀਦਣ ਜੋ ਕਿ ਐਕਟ ਦੀ ਉਲੰਘਣਾ ਕਰਕੇ ਕੀਤਾ ਗਿਆ ਹੋਵੇ। ਜ਼ਿਕਰਯੋਗ ਹੈ ਕਿ ਐਲਬਰਟਾ ਦੀ ਚੀਫ ਮੈਡੀਕਲ ਆਫਿਸਰ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਕਿ ਐਲਬਰਟਾ ਵਿੱਚ ਮਾਸਕ ਪਾ ਕੇ ਬਾਹਰ ਨਿਕਲਣਾ ਜ਼ਰੂਰੀ ਹੈ। ਜਿੰਨੇ ਜ਼ਿਆਦਾ ਲੋਕ ਹੋ ਸਕਦੇ ਨੇ ਕਿ 2 ਮੀਟਰ ਦੀ ਦੂਰੀ ਤੱਕ ਵੀ ਜੇ ਦੂਜੇ ਲੋਕਾਂ ਤੋਂ ਰਹਿਣਾ ਹੈ ਤੇ ਬਾਹਰ ਜਾਣਾ ਹੈ ਤਾਂ ਮਾਸਕ ਪਾ ਕੇ ਜ਼ਰੂਰ ਜਾਇਆ ਜਾਵੇ ਜੋ ਨਾਨ ਮੈਡੀਕਲ ਮਾਸਕ ਨੇ। ਤੇ ਉਹ ਮਾਸਕ ਜਿੱਥੋਂ ਖਰੀਦਣੇ ਨੇ ਉਹ ਟੈਕਸਟਾਈਲ ਲੇਬਲਿੰਗ ਐਕਟ ਦੇ ਅਧੀਨ ਹੀ ਹੋਣੇ ਚਾਹੀਦੇ ਨੇ ਤੇ ਜਿਨ੍ਹਾਂ ਵੱਲੋਂ ਵੇਚੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਵੀ ਇਸ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ।